तेज़ी नाल इस काम नूं कीता जाए ताकि जिहड़े लोग जिसने ये बेअदबी की है वो भी सामने आए और जिहड़े साजिशकर्ता हैं जिहड़े इहदे पिछे इस सिस्टम नूं चला रहे हैं इस भाईचारे नूं खराब कर रहे हैं क्योंकि इत्थे एक ऐसा माहौल है जिथे असीं बैठे हैं एक गुरुद्वारा साहब ये एक गुरुद्वारा है उसके अगे मस्जिद है उसके नाल एक मंदिर है। जब सरकार जब साडी एडमिनिस्ट्रेशन आइडेंटिफाई कर लेगी बंदा कौन है उन्होंने सलाखों के पिछे भेजा जाएगा उन्होंने सख्त तो सख्त कार्रवाई करेगा। डिब्रूगढ़ जेल अगर सिखों लिए बनाई है तो बाकी जेल के बाकी भी मुजरिम भी जो एक ऐसा द्वेष फैलाते हैं उन्होंने भी सजावां दित्तियां ने। इन्हां चीज़ां नूं समाजिक भाईचारा खराब करने के लिए माहौल खराब करने के लिए ऐसे काम कर रहे हैं। सो इस दे लिए मैं एडमिनिस्ट्रेशन नूं भी बार बार अपील कर रहे हैं। छोटा जिहा कोई इंसीडेंट होता है तो पूरे सिख कौम नूं बदनाम करने लिए सवेर तो लैके सारे नेशनलिस्ट जो चैनल हैं वो सिखों नूं बदनाम करने लिए साजिशां करते हैं सवेरे ही शुरू कर देंगे हैं उन्होंने बेरोजगारी नहीं लभदी। मैं कोई चापलूसी की गल नहीं करांगा लेकिन मौजूदा जो साड़ी पुलिस एडमिनिस्ट्रेशन है मैं उन्होंने मुबारकबाद देंगा। साढ़े SSP साहब साढ़े SDPO साहब साड़ी जिन्नी भी एडमिनिस्ट्रेशन है सारी बड़ी कोऑपरेटिव है। वो एक लेडी आई जो आके उन्होंने एंटर करके आके रमाला साहब चक्या और रमाला साहब चक के उत्थे साइड से रखता और वो वापस चले गई। ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਪ੍ਰਸ਼ਾਸਨ ਸਾਹਿਬ SI ਸਾਹਿਬ ਸਾਡੇ ਬਲਵੀਰ ਸਿੰਘ ਸਾਹਿਬ ਸਾਡੇ ਕੋਲ ਇੱਥੇ ਬੈਠੇ ਨੇ ਰਾਤ ਨੂੰ ਵੀ ਕਾਫੀ ਦੇਰ ਤੱਕ ਸਾਡੇ 12:30 ਵਜੇ ਤੱਕ 1 ਵਜੇ ਤੱਕ ਸਾਡੇ ਨਾਲ ਇੱਥੇ ਘੁੰਮਦੇ ਰਹੇ ਨੇ। ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਲਾਇਆ ਕਿ ਅਸੀਂ ਪੂਰੀ ਆਪਣੀ ਕਾਰਵਾਈ ਕਰਾਂਗੇ ਔਰ ਸਾਡੇ ਪ੍ਰਧਾਨ ਸਾਹਿਬ ਮੀਤ ਸਾਹਿਬ ਪ੍ਰਧਾਨ ਸਾਹਿਬ ਨੇ ਕਿਹਾ ਅਗਰ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਤਾਂ ਠੀਕ ਹੈ ਅਗਰ ਕੱਲ੍ਹ ਤੱਕ नहीं करता तो ਅਸੀਂ ਫਿਰ ਰੋਡਾਂ 'ਤੇ ਉਤਰ ਕੇ ਆਪਣੀ ਕਾਰਵਾਈ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ ਬੜੇ ਹੀ ਭਰੇ ਹੋਏ ਮਨ ਨਾਲ ਅੱਜ ਦੀ ਇਹ ਜਿਹੜੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਕੁਝ ਸਮੇਂ ਤੋਂ ਜੋ ਜੰਮੂ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀ ਉਹੀਓ ਮਾਹੌਲ ਜੰਮੂ ਦੇ ਵਿੱਚ ਵੀ ਬਣ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬੇਅਦਬੀ ਦਾ ਦੌਰ ਹੈ ਉਹ ਬਾਰ-ਬਾਰ ਸਾਡੇ ਸਾਹਮਣੇ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਕੱਲ੍ਹ ਜੋ ਇੱਕ ਘਟਨਾ ਵਾਪਰੀ ਉਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਣੀ ਤਲਾਬ ਡਗਿਆਣਾ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 3 ਵਜੇ ਦੇ ਕਰੀਬ ਇਹ ਘਟਨਾ ਘਟਦੀ ਹੈ ਜਿਹਦੀਆਂ ਤੁਸੀਂ ਨਾਲ ਲਾਈਵ ਤਸਵੀਰਾਂ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਜਿਸ ਦੇ ਵਿੱਚ ਇੱਕ ਲੇਡੀ ਜਿਹੜੀ ਹੈ ਉਹ ਫੋਨ ਦੇ ਉੱਤੇ ਸਪੀਕਰ ਫੋਨ 'ਤੇ ਗੱਲਬਾਤ ਕਰਦਿਆਂ ਹੋਇਆਂ ਉਹ ਲੇਡੀ ਗੁਰੂ ਘਰ ਦੇ ਵਿੱਚ ਐਂਟਰ ਕਰਦੀ ਹੈ ਔਰ ਕਿਸ ਤਰੀਕੇ ਦੇ ਨਾਲ ਉਹਦੀ ਐਂਟਰੀ ਹੈ ਕਿ ਜਿੱਥੇ ਕੈਮਰਾ ਪੁਆਇੰਟ ਨਹੀਂ ਹਨ ਉਹਨਾਂ ਪੁਆਇੰਟਸ ਦੇ ਵਿੱਚੋਂ ਉਹ ਲੇਡੀ ਅੰਦਰ ਆਉਂਦੀ ਹੈ ਦੀਵਾਨ ਹਾਲ ਦੇ ਵਿੱਚ 2 ਵਾਰ ਉੱਥੇ ਉਹ ਐਂਟਰੀ ਕਰਦੀ ਹੈ। ਪਹਿਲਾਂ ਇੱਕ ਬਾਹਰ ਆਉਂਦੀ ਹੈ ਫਿਰ ਵਾਪਸ ਬਾਹਰ ਨਿਕਲਦੀ ਹੈ ਦੂਸਰੇ ਦਰਵਾਜ਼ੇ 'ਚੋਂ ਮੁੜ ਕੇ ਫਿਰ ਅੰਦਰ ਵੜਦੀ ਹੈ ਔਰ ਵੜ ਕੇ ਫਿਰ ਉਹ ਜਾ ਕੇ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਉੱਪਰ ਰਮਾਲਾ ਸਾਹਿਬ ਸਨ ਉਸ ਨੂੰ ਜਾ ਕੇ ਫਟਾਫਟ ਚੱਕ ਦਿੰਦੀ ਹੈ ਔਰ ਇੱਕ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੈਂ ਸਮਝਦਾ ਕਿ ਇਹ ਉਸ ਲੇਡੀ ਨੂੰ ਪਿੱਛੋਂ ਪਰ ਕੋਈ ਗਾਈਡ ਕਰਕੇ ਫੋਨ ਦੇ ਰਾਹੀਂ ਜਾਂ ਕਿਸ ਤਰੀਕੇ ਦੇ ਨਾਲ ਜੋ ਅਸੀਂ ਵੀਡੀਓ ਦੇਖੀ ਜੋ ਕਿਸ ਤਰੀਕੇ ਦੇ ਨਾਲ ਉਹ ਲੇਡੀ ਨੇ ਉੱਥੇ ਆ ਕੇ ਤੇ ਇਸ ਘਟਨਾ ਨੂੰ ਜੋ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਬੜ ਸਮਰੱਥ ਹੈ। ਜਦੋਂ ਗੁਰੂ ਦਾ ਪ੍ਰਕਾਸ਼ ਹੁੰਦਾ ਹੈ ਨਾ ਤੇ ਜਿਹੜੀ ਉਹ ਮਨਸ਼ਾ ਲੈ ਕੇ ਆਈ ਸੀ ਮੈਨੂੰ ਲੱਗਦਾ ਹੈ ਕਿ ਉਹ ਮਨਸ਼ਾ ਆਪਣੀ ਪੂਰੀ ਨਹੀਂ ਕਰ ਸਕੀ ਕਿਉਂਕਿ ਮਹਾਰਾਜ ਨੇ ਆਪਣੀ ਤਾਕਤ ਆਪਣਾ ਦੱਸਿਆ ਕਿ ਐਸਾ ਮਹਾਰਾਜ ਦਾ ਪ੍ਰਤਾਪ ਹੁੰਦਾ। ਸੋ ਉਹ ਐਸੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਜਿਹਨੂੰ ਪਿੱਛੋਂ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਸਮਾਜਿਕ ਭਾਈਚਾਰਾ ਖਰਾਬ ਕਰਨ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਐਸੇ ਕੰਮ ਕਰ ਰਹੇ ਨੇ। ਸੋ ਇਸ ਦੇ ਲਈ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਬਾਰ-ਬਾਰ ਅਪੀਲ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਕਿ ਇਹਦੇ ਉੱਤੇ ਵੱਧ ਤੋਂ ਵੱਧ ਸਖਤ ਕਦਮ ਚੁੱਕੇ ਜਾਣ ਔਰ ਉਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਏ ਕਿਉਂਕਿ ਰਾਤ ਇੱਕ ਗੱਲ ਮੈਂ ਹੋਰ ਸਾਂਝੀ ਕਰ ਦੇਵਾਂ ਜ਼ਰੂਰ ਜਦੋਂ ਇਹ ਘਟਨਾ ਦਾ ਪਤਾ ਲੱਗਿਆ ਰਾਤ ਪੌਣੇ 10:40 ਦੇ ਕਰੀਬ ਫੋਨ ਆਇਆ 10 ਵਜੇ 10 ਵਜੇ 10 ਇੱਥੇ ਪਹੁੰਚਿਆ। ਸਾਰੀ ਇੱਥੋਂ ਦੀ ਕਮੇਟੀ ਜਿਹੜੀ ਹੈ ਉਹ ਬੈਠੀ ਹੋਈ ਸੀ ਪਰੇਸ਼ਾਨ ਸੀ ਸਾਰੇ ਕਿ ਇਹ ਕੈਸਾ ਗੱਲ ਸਾਡੇ ਨਾਲ ਵਾਪਰ ਗਈ ਹੈ। ਸੋ ਜਦੋਂ ਇਹ ਸਾਰਾ ਅਸੀਂ ਦੇਖਿਆ ਸੰਗਿਆਨ ਲਿਆ ਉਹ ਵੀਡੀਓ ਨੂੰ ਵੇਖਿਆ ਵੇਖਣ ਤੋਂ ਬਾਅਦ ਸਮਝ ਆਇਆ ਕਿ ਇਹ ਜਿਹੜੀ ਵੀਡੀਓ ਇਹ ਜਿਹੜਾ ਕੰਮ ਕੀਤਾ ਗਿਆ ਇਹ ਜਾਣਬੁੱਝ ਕੇ ਕਿਸੇ ਮੰਦ ਬੁੱਧੀ ਦਾ ਜੀਵ ਦਾ ਕੰਮ ਨਹੀਂ ਹੈ ਕਿਉਂਕਿ ਮੰਦ ਬੁੱਧੀ ਜੀਵ ਦੇ ਕੋਲ ਜਿਸ ਤਰ੍ਹਾਂ ਦਾ ਉਹਦਾ ਸਟਾਈਲ ਸੀ ਚੱਲਣ ਦਾ ਉਸ ਲੇਡੀ ਦਾ ਜਾਂ ਉਸਦੇ ਕੋਲ ਫੋਨ ਸੀ ਸਾੜੀ ਪਾਈ ਹੋਈ ਸੀ ਗ੍ਰੀਨ ਕਲਰ ਦੀ ਉਹ ਲੱਗ ਰਿਹਾ ਸੀ ਕਿ ਕੋਈ ਸਪੈਸ਼ਲ ਤੌਰ ਦੇ ਉੱਤੇ ਇਸ ਘਟਨਾ ਨੂੰ ਜਨਮ ਦੇਣ ਵਾਸਤੇ ਘਟਨਾ ਨੂੰ ਘਟਾਉਣ ਵਾਸਤੇ ਆਈ ਹੋਈ ਸੀ ਔਰ ਪਿੱਛੋਂ ਉਸ ਨੂੰ ਗਾਈਡੈਂਸ ਚੱਲ ਰਹੀ ਸੀ। ਜਦੋਂ ਇਹ ਸਾਰਾ ਕੁਝ ਦੇਖਿਆ ਰਾਤ ਪੌਣੇ 11 ਦੇ ਵਿੱਚ SSP ਸਾਹਿਬ ਨੂੰ ਫੋਨ ਕੀਤਾ ਔਰ ਮੈਂ ਉਹਨਾਂ ਦੀ ਬੜੀ ਪ੍ਰਸ਼ੰਸਾ ਕਰਾਂਗਾ ਕਿ ਉਹਨਾਂ ਨੇ ਇੱਕ ਸਿੰਗਲ ਫੋਨ ਦੇ ਉੱਤੇ ਉਹਨਾਂ ਨੇ ਫੋਨ ਚੁੱਕਿਆ। ਅਸੀਂ ਉਹਨਾਂ ਨੂੰ ਸਾਰੀ ਗੱਲ ਦੱਸੀ
ਐਸਐਸਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਵਿਦਿਨ 10 ਮਿੰਟਸ ਮੇਰੇ ਅਫੀਸਰ ਜਿਹੜੇ ਨੇ ਤੁਹਾਡੇ ਕੋਲ ਪਹੁੰਚ ਰਹੇ ਨੇ, ਔਰ 7 ਤੋਂ 8 ਮਿੰਟ ਦੇ ਵਿੱਚ ਉਹਨਾਂ ਦੀ ਜਿਹੜੀ ਟੀਮ ਸੀ ਉਹ ਇੱਥੇ ਆਈ। ਉਹਨਾਂ ਨੇ ਆ ਕੇ ਸਾਰਾ ਮੈਟਰ ਜਿਹੜਾ ਸੀ ਸਮਝਿਆ, ਔਰ ਉਹਨਾਂ ਨੂੰ ਅਸੀਂ ਜੋ FIR ਦੇ ਲਈ ਕਾਪੀ ਦਿੱਤੀ, ਨਾਲ ਦੀ ਨਾਲ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਸਾਰਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਥੇ ਇਹ ਸਾਰਾ ਕੁਝ ਹੋ ਰਿਹਾ ਸੀ, ਉੱਥੇ ਨਾਲ ਦੀ ਨਾਲ ਸਾਡਾ ਜਿਹੜਾ ਯੂਥ ਸੀ, ਇਹ ਬਹੁਤ ਹੀ ਇਹਨਾਂ ਦੀ ਭਾਵਨਾਵਾਂ ਭਟਕੀਆਂ ਹੋਈਆਂ ਸੀ ਔਰ ਗੁੱਸੇ ਵਿੱਚ ਸਨ ਸਾਰੇ ਯੂਥ, ਔਰ ਕਹਿ ਰਹੇ ਸਨ ਕਿ ਜੇ ਸਾਡੇ ਹੱਥ ਲੱਗ ਜਾਏਗੀ ਤਾਂ ਅਸੀਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਵਾਂਗੇ। ਸੋ ਮੈਂ ਯੂਥ ਦੇ ਵੀਰਾਂ ਨੂੰ ਵੀ ਅਪੀਲ ਕੀਤੀ, ਮੈਂ ਕਿਹਾ ਨਹੀਂ, ਅਸੀਂ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਦੇਖਣਾ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਕੰਮ ਕਾਨੂੰਨ ਦੇ ਦਾਇਰੇ 'ਚ ਹੋਏ ਉਹ ਕਾਨੂੰਨ ਕਰੇ, ਲੇਕਿਨ ਜੇ ਕਾਨੂੰਨ ਸਾਡਾ ਨਹੀਂ ਸੁਣੇਗਾ, ਜੇ ਸਾਡੀ ਐਡਮਿਨਿਸਟ੍ਰੇਸ਼ਨ ਨਹੀਂ ਸੁਣੇਗੀ, ਫਿਰ ਅਸੀਂ ਅੱਗੇ ਦੇਖਾਂਗੇ ਕਿ ਅਸੀਂ ਕੀ ਕਰਨਾ ਹੈ। ਸੋ ਇਹ ਜਿਹੜੀਆਂ ਭਾਵਨਾਵਾਂ ਨੂੰ ਠੇਸ ਦੇਣੀ, ਸਮਾਜਿਕ ਭਾਈਚਾਰਾ ਖਰਾਬ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ, ਇਹ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ, ਇਹਨਾਂ ਦੇ ਉੱਤੇ ਪ੍ਰਸ਼ਾਸਨ ਸਖਤੀ ਦੇ ਨਾਲ, ਔਰ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਜਾਂਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਅਤੇ ਨਾਲ ਦੀ ਨਾਲ ਇੱਕ ਗੱਲ ਮੈਂ ਜ਼ਰੂਰ ਪ੍ਰਬੰਧਕ ਜਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਮੈਨੇਜਮੈਂਟ ਸਿਸਟਮ ਐਸਾ ਕਰੋ ਕਿ ਗੁਰੂ ਘਰ ਸਾਡੇ ਸੁੰਨੇ ਨਾ ਰਹਿਣ, ਖਾਲੀ ਨਾ ਰਹਿਣ। CCTV ਕੈਮਰੇ ਹਾਈ ਡੈਫੀਨੇਸ਼ਨ ਦੇ ਲਗਾਓ ਔਰ ਨਾਈਟ ਵਿਜ਼ਨ ਲਗਾਓ। ਉਹਨਾਂ ਦੇ ਵਿੱਚ ਅੱਜ ਕੱਲ੍ਹ ਸਾਊਂਡ ਰਿਕਾਰਡਿੰਗ ਆਉਂਦੀ ਹੈ, ਸਾਊਂਡ ਰਿਕਾਰਡਰਸ ਵੀ ਨਾਲ ਫਿੱਟ ਕਰਾਓ, ਤਾਂ ਕਿ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਕਮ ਸੇ ਕਮ ਪੁਲਿਸ ਜਦੋਂ ਵੈਰੀਫਿਕੇਸ਼ਨ ਕਰੇਗੀ ਜਾਂ ਐਡਮਿਨਿਸਟ੍ਰੇਸ਼ਨ ਉਸ ਨੂੰ ਵੇਖੇਗੀ ਜਾਂ ਅਸੀਂ ਉਸ ਨੂੰ ਵੇਖਾਂਗੇ, ਸਾਨੂੰ ਪਤਾ ਤਾਂ ਲੱਗ ਸਕੇ ਕਿ ਚਿਹਰਾ ਕੀ ਸੀ। ਜਿਹੜੇ ਪੁਰਾਣੇ ਜਿਹੜੇ ਸਾਡੇ CCTV ਕੈਮਰਾ ਨੇ ਉਹ ਫੇਸ ਦੱਸਦੇ ਨੇ, ਫੇਸ ਦੀ ਕਲੀਅਰਿਟੀ ਨਹੀਂ ਹੁੰਦੀ। ਬਾਹਰੋਂ ਕੋਈ ਬਾਈਕ ਆਈ ਹੈ, ਗੱਡੀ ਆਈ ਹੈ, ਨੰਬਰ ਅਸੀਂ ਉੱਤੇ ਪੜ੍ਹ ਨਹੀਂ ਸਕਦੇ। ਸੋ ਉੱਥੋਂ ਸਾਨੂੰ ਬੈਨੀਫਿਟ ਨਹੀਂ ਹੋ ਪਾਉਂਦਾ। ਇਹ ਸਾਰਾ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਬਾਕੀ ਖਰਚੇ, ਜਿਸ ਤਰ੍ਹਾਂ ਮੀਤ ਪ੍ਰਧਾਨ ਸਾਹਿਬ ਨੇ ਦੱਸਿਆ ਸੀ ਕਿ ਬਾਕੀ ਖਰਚੇ ਵੀ ਅਸੀਂ ਭਾਵੇਂ ਥੋੜ੍ਹੇ ਘਟਾ ਸਕਦੇ ਹਾਂ, ਪਰ ਇਹ ਜਿਹੜੀਆਂ ਜ਼ਰੂਰੀ ਚੀਜ਼ਾਂ ਹਨ ਗੁਰੂ ਘਰ ਦੇ ਲਈ, ਸਿਕਿਉਰਿਟੀ ਜਿਹੜੇ ਰੀਜ਼ਨ ਨੇ, ਇਹਨਾਂ ਦੇ ਉੱਤੇ ਅਸੀਂ ਵੀ ਪਹਿਰਾ ਦਈਏ, ਕਾਨੂੰਨ ਦੇ ਜਿਹੜੇ ਐਡਮਿਨਿਸਟ੍ਰੇਟਰ ਲੋਕ ਨੇ ਉਹ ਵੀ ਪਹਿਰਾ ਦੇਣ, ਔਰ ਸਾਰੇ ਰਲ ਮਿਲ ਕੇ DGPC ਹਰ ਵੇਲੇ ਹਰ ਸਮੇਂ ਸੰਗਤਾਂ ਦੇ ਨਾਲ ਖੜੀ ਹੈ, ਕਿਉਂਕਿ ਆਪ ਜੀ ਨੇ ਸਾਨੂੰ ਹਮੇਸ਼ਾ ਹੀ ਇਹ ਮਾਣ ਦਿੱਤਾ ਔਰ ਇੱਥੇ ਪਹੁੰਚਾਇਆ। ਜਿੱਥੋਂ ਵੀ ਸਾਡੀ ਜਦੋਂ ਵੀ ਜ਼ਰੂਰਤ ਹੁੰਦੀ ਹੈ, ਜਿਸ ਲਈ ਵੀ ਫੋਨ ਕਰੋਗੇ, ਅਸੀਂ ਜਿਤਨਾ ਵੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਫਿਰ ਮੈਂ ਇਸੇ ਮਾਧਿਅਮ ਦੇ ਰਾਹੀਂ SSP ਸਾਹਿਬ ਦਾ ਮੈਂ ਸ਼ੁਕਰੀਆ ਵੀ ਕਰਦਾ ਕਿ ਜਿਨ੍ਹਾਂ ਨੇ ਰਾਤ ਨੂੰ ਇਮੀਡੀਏਟ ਐਕਸ਼ਨ ਲਿਆ, ਤੇ ਨਾਲ ਦੀ ਨਾਲ ਮੈਂ ਫਿਰ ਅਪੀਲ ਕਰਨਾ ਕਿ ਜੋ ਅਗਲਾ ਜਿਹੜਾ ਕਾਰਜਕ੍ਰਮ ਹੈ, ਜੋ ਅਗਲਾ ਪ੍ਰੋਸੈਸ ਹੈ, ਉਸ ਦੇ ਵਿੱਚ ਤੇਜ਼ੀ ਨਾਲ ਇਸ ਕੰਮ ਨੂੰ ਕੀਤਾ ਜਾਏ, ਤਾਂ ਕਿ ਜਿਹੜੇ ਲੋਕ ਜਿਸ ਨੇ ਇਹ ਬੇਅਦਬੀ ਕੀਤੀ ਹੈ ਉਹ ਵੀ ਸਾਹਮਣੇ ਆਏ, ਔਰ ਜਿਹੜੇ ਸਾਜ਼ਿਸ਼ਕਰਤਾ ਹਨ, ਜਿਹੜੇ ਇਹਦੇ ਪਿੱਛੇ ਇਸ ਸਿਸਟਮ ਨੂੰ ਚਲਾ ਰਹੇ ਨੇ, ਇਸ ਭਾਈਚਾਰੇ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਇੱਥੇ ਇੱਕ ਐਸਾ ਮਾਹੌਲ ਹੈ ਜਿੱਥੇ ਅਸੀਂ ਬੈਠੇ ਹਾਂ, ਇਹ ਗੁਰਦੁਆਰਾ ਸਾਹਿਬ, ਇਹ ਇੱਕ ਗੁਰਦੁਆਰਾ ਹੈ, ਉਸ ਦੇ ਅੱਗੇ ਮਸਜਿਦ ਹੈ, ਉਸ ਦੇ ਨਾਲ ਇੱਕ ਮੰਦਿਰ ਹੈ। ਮਤਲਬ ਐਸਾ ਸ਼ਾਨਦਾਰ ਮਾਹੌਲ, ਭਾਈਚਾਰਕ ਮਾਹੌਲ, ਸਾਂਝੀਵਾਲਤਾ ਦਾ ਉਪਦੇਸ਼ ਕਿਤੇ ਸਾਨੂੰ ਦੇਖਣ 'ਚ ਨਹੀਂ ਮਿਲੇਗਾ ਕਿ ਤਿੰਨੋਂ ਚੀਜ਼ਾਂ, ਤਿੰਨੋਂ ਧਰਮ ਇੱਥੇ ਇਕੱਠੇ ਹੋਣ ਤੇ ਉੱਥੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਇਤਨਾ ਪਿਆਰ ਹੋਏ ਕਿ ਜਦੋਂ ਕਿਸੇ ਦਾ ਵੀ ਕੋਈ ਫੰਕਸ਼ਨ ਹੁੰਦਾ ਹੈ, ਸਾਰੇ ਹੀ ਵੱਧ ਚੜ੍ਹ ਕੇ ਅਸੀਂ ਉੱਥੇ ਹਿੱਸਾ ਪਾਉਂਦੇ ਹਾਂ, ਇੱਕ ਦੂਜੇ ਦੇ ਨਾਲ ਮਿਲਦੇ ਹਾਂ, ਬੜੇ ਪਿਆਰ ਦੇ ਨਾਲ ਸਾਡੀ ਉਹਨਾਂ ਦੇ ਨਾਲ ਮੁਲਾਟੀਆਂ ਹੁੰਦੀਆਂ। ਲੇਕਿਨ ਜਿਹੜੇ ਲੋਕ ਸਮਾਜ ਨੂੰ ਖਰਾਬ ਕਰਨਾ ਚਾਹੁੰਦੇ ਨੇ, ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਨੇ, ਭਾਵੇਂ ਉਹਨਾਂ ਦੇ ਆਪਣੇ ਪੋਲੀਟੀਕਲ ਬੈਨੀਫਿਟ ਹੋਣ ਜਾਂ ਕਿਸੇ ਹੋਰ ਐਂਗਲ ਤੋਂ ਲੈ ਕੇ ਉਹ ਲੋਕ ਕੰਮ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਠੱਲ ਪਾਈ ਜਾਏ, ਨੱਥ ਪਾਈ ਜਾਏ, ਉਹਨਾਂ ਲੋਕਾਂ ਦੇ ਉੱਤੇ ਸਖਤ ਐਕਸ਼ਨ ਕੀਤੇ ਜਾਣ। ਔਰ ਇਸ ਕੇਸ ਦੇ ਉੱਤੇ ਖਾਸ ਕਰਕੇ ਮੈਂ ਐਡਮਿਨਿਸਟ੍ਰੇਸ਼ਨ ਗੌਰ ਫਰਮਾਏ ਔਰ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਏ, ਔਰ ਜਿਹੜੇ ਗਾਈਡ ਕਰਤਾ ਸਨ, ਜਿਹੜੇ ਉਹਨੂੰ ਇਸ ਸਾਜ਼ਿਸ਼ ਕਰਵਾ ਰਹੇ ਸਨ, ਜਿਹਨੂੰ ਜਿਸ ਤਰ੍ਹਾਂ ਫੋਨ ਦੇ ਉੱਤੇ ਉਹਦੀ ਵੀਡੀਓ ਕਾਲ ਜਾਂ ਵੌਇਸ ਕਾਲ ਚੱਲ ਰਹੀ ਸੀ ਕਿ ਇੱਧਰੋਂ ਨਿਕਲਣਾ, ਇੱਧਰ ਵੜਨਾ, ਉਸ ਨੂੰ ਜ਼ਰੂਰ ਚੈੱਕ ਕੀਤਾ ਜਾਏ, ਤਾਂ ਕਿ ਸਾਡਾ ਜਿਹੜਾ ਨੌਜਵਾਨ ਹੈ ਉਸ ਦੇ ਮਨ ਨੂੰ ਵੀ ਸ਼ਾਂਤੀ ਮਿਲੇ ਕਿ ਸਾਡੀ ਐਡਮਿਨਿਸਟ੍ਰੇਸ਼ਨ ਸੁਣਦੀ ਹੈ, ਸਾਨੂੰ ਕਿਤੇ ਜ਼ਿਆਦਾ ਭਟਕਣ ਦੀ ਲੋੜ ਨਹੀਂ ਹੈ। ਸੋ ਇਤਨੀ ਬੇਨਤੀ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਸਾਰੀ ਡਿਟੇਲ ਤੁਹਾਨੂੰ ਦੱਸੀ, ਕਿਸ ਤਰ੍ਹਾਂ ਗੁਰੂ ਘਰ ਦੀਆਂ ਬੇਅਦਬੀਆਂ ਕਰਨ ਦਾ ਸਿਲਸਿਲਾ ਕੁਝ ਸਾਲਾਂ ਤੋਂ ਸ਼ੁਰੂ ਹੋਇਆ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੋ ਸਾਡੇ ਨੌਜਵਾਨਾਂ ਜੋ ਜੋਸ਼ ਹੈ, ਜੋ ਗੁੱਸਾ ਹੈ, ਜੋ ਰੰਜ ਹੈ, ਉਹ ਇਸ ਚੀਜ਼ ਦਾ ਜ਼ਿਆਦਾ ਹੈ ਕਿ ਸਾਰਿਆਂ ਨੂੰ ਇਹ ਐਪਰੀਹੈਂਸ਼ਨ ਰਹਿੰਦੀ ਹੈ ਕਿ ਸਰਕਾਰ ਦੀ ਤਰਫੋਂ, ਇਨਵੈਸਟੀਗੇਟਿਵ ਏਜੰਸੀਆਂ ਤਰਫੋਂ ਕਿਤੇ ਬਾਅਦ 'ਚੋਂ ਇਹ ਕਹਿ ਦਿੱਤਾ ਜਾਏਗਾ ਕਿ ਇਹ ਮੈਂਟਲੀ ਰਿਟਾਰਡਡ ਸੀ, ਇਹਦਾ ਦਿਮਾਗੀ ਤਾਵਜ਼ਨ ਠੀਕ ਨਹੀਂ ਸੀ। ਮੈਂ ਉਮੀਦ ਕਰਦਾ ਕਿ ਐਸੀ ਗੱਲ ਸਾਨੂੰ ਸੁਣਨ ਨੂੰ ਨਹੀਂ ਮਿਲੇਗੀ, ਕਿਉਂਕਿ ਜਦ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਮੈਂਟਲੀ ਰਿਟਾਰਡਡ ਸੀ, ਤਾਂ ਫਿਰ ਇੱਕ ਸਾਰੇ ਸਵਾਲ ਆਉਂਦਾ ਹੈ ਜ਼ਿਹਨ 'ਚ ਕਿ ਜੋ ਵੀ ਮੈਂਟਲੀ ਰਿਟਾਰਡਡ ਹਨ ਉਹ ਸਿਰਫ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਆਉਂਦੇ ਹਨ? ਇਬਾਦਤ ਗਾਹ ਦੂਜੇ ਵੀ ਹਨ, ਉੱਥੇ ਕਿਉਂ ਨਹੀਂ ਜਾਂਦੇ? ਸਿਰਫ ਗੁਰੂ ਘਰਾਂ ਵਿੱਚ ਹੀ ਕਿਉਂ ਆਉਂਦੇ ਹਨ? ਇਬਾਦਤਗਾਹ ਜਿੰਨੇ ਵੀ ਹਨ,
ਕਿਸੇ ਵੀ ਮਜ਼ਹਬ ਦਾ ਸਾਰੇ ਸੁਪਰੀਮ ਹਨ, ਸਾਰਿਆਂ ਦੀ ਆਪਣੀ ਅਹਿਮੀਅਤ ਹੈ। ਕਿਸੇ ਵੀ ਘਰ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ, ਲੇਕਿਨ ਬਾਰ-ਬਾਰ ਜਦ ਗੁਰੂ ਘਰ 'ਚ ਐਸਾ ਹੁੰਦਾ ਫਿਰ ਲੱਗਦਾ ਹੈ ਕਿ ਚੀਜ਼ਾਂ ਕਿਤੇ ਨਾ ਕਿਤੇ ਸਾਜ਼ਿਸ਼ ਦੇ ਤਹਿਤ ਕੀਤੀਆਂ ਜਾ ਰਹੀਆਂ ਹਨ। ਜੋ ਲੇਡੀ ਜਿਸ ਹਿਸਾਬ ਨਾਲ ਚੱਲ ਕੇ ਆਈ ਹੈ ਉਹਦੇ 'ਚ ਕੋਈ ਐਸੀ ਚੀਜ਼ ਨਹੀਂ ਲੱਗਦੀ ਕਿ ਉਹਦੇ ਦਿਮਾਗੀ ਤਾਉਨ ਠੀਕ ਨਹੀਂ ਸੀ, ਔਰ ਉਹਦੇ ਹੱਥ 'ਚ ਮੋਬਾਈਲ ਹੈ। ਜੋ ਲੇਡੀ ਮੋਬਾਈਲ ਇਸਤੇਮਾਲ ਕਰਦੀ ਹੈ, ਕਿਸੇ ਨਾਲ ਗੱਲਬਾਤ ਕਰਦੀ ਹੋਏਗੀ, ਆਪਣਾ ਨੰਬਰ ਡਾਇਲ ਕਰਦੀ ਹੋਏਗੀ, ਹੋਰ ਵੀ ਇੰਸਟਾਗ੍ਰਾਮ ਜਾਂ ਦੂਜੀਆਂ ਚੀਜ਼ਾਂ ਸੋਸ਼ਲ ਮੀਡੀਆ ਇਸਤੇਮਾਲ ਕਰਦੀ ਹੋਏਗੀ, ਉਹਦਾ ਦਿਮਾਗੀ ਤਾਉਨ ਖਰਾਬ ਨਹੀਂ ਹੋ ਸਕਦਾ। ਸੋ ਲੱਗਦਾ ਕਿਸੇ ਨਾ ਕਿਸੇ ਦਾ ਕੋਈ ਨੂੰ ਪਿੱਛੋਂ ਗਾਈਡ ਕਰਦਾ ਆ ਰਿਹਾ, ਜੋ ਮੋਬਾਈਲ ਉਹਦੇ ਹੱਥ 'ਚ ਦੱਸ ਰਿਹਾ। ਸੋ ਇਹ ਇਨਵੈਸਟੀਗੇਸ਼ਨ ਦੀ ਚੀਜ਼ਾਂ ਮੈਂ ਪਲੀਜ਼ ਕਰੇਗੀ ਐਡਮਿਨਿਸਟ੍ਰੇਸ਼ਨ। ਲੇਕਿਨ ਅੱਜ ਦੀ ਦੌਰ ਦੇ ਵਿੱਚ ਜੋ ਨੌਜਵਾਨਾਂ ਨੇ ਇੱਥੇ ਗੁੱਸਾ ਹੈ, ਕਈ ਨੌਜਵਾਨ ਵੀ ਕਹਿੰਦੇ ਕਿ ਅਸੀਂ ਆਪਣੇ ਹੱਥੋਂ ਕੁਝ ਐਕਸ਼ਨ ਲਈਏ। ਇਹ ਚੀਜ਼ਾਂ ਇੱਕ ਐਡਮਿਨਿਸਟ੍ਰੇਸ਼ਨ ਨੂੰ ਸੋਚਣੀ ਚਾਹੀਦੀਆਂ ਕਿ ਐਸੀ ਸੋਚ ਨੌਜਵਾਨਾਂ 'ਚ ਕਿਉਂ ਆਉਂਦੀ ਹੈ। ਐਸੀ ਸੋਚ ਨੌਜਵਾਨਾਂ ਤਦ ਆਉਂਦੀ ਹੈ ਜਦ ਸਰਕਾਰ ਡਿਲੇ ਕਰਦੀ ਹੈ ਜਾਂ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਅਵਾਇਡ ਕਰਨ ਦੀ ਕੋਸ਼ਿਸ਼ ਕਰਦੀ ਹੈ, ਲਾਜੀਕਲ ਐਂਡ ਤੱਕ ਚੀਜ਼ਾਂ ਨੂੰ ਨਹੀਂ ਪਹੁੰਚਾਉਂਦੀ, ਜਸਟਿਸ ਟਾਈਮ ਲਈ ਨਹੀਂ ਮਿਲਦਾ। ਪੰਜਾਬ 'ਚ ਇੱਦਾਂ ਹੀ ਹੋਇਆ, ਗੁਰੂ ਮਹਾਰਾਜ ਦੇ ਸਰੂਪ ਫਾੜੇ ਗਏ, ਕਦੇ ਇਨਸਾਫ ਨਹੀਂ ਮਿਲਿਆ। ਜਿਨ੍ਹਾਂ ਨੇ ਦੋ ਦੋਸ਼ੀ ਸਨ ਉਹ ਸਰਿਆਂ ਫਿਰਦੇ ਰਹੇ, ਫਿਰ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ। ਜੋ ਮੈਂ ਕਹਿੰਦਾ ਸਰਾਸਰ ਅਸੀਂ ਉਸ ਚੀਜ਼ ਦੀ ਹਮਾਇਤ ਨਹੀਂ ਕਰਦੇ। ਕਿਸੇ ਵੀ ਸ਼ਖਸ ਨੂੰ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਉਹ ਤਾਲੀਬਾਨੀ ਰਾਜ ਨਹੀਂ ਹੈ। ਇੱਥੇ ਸਾਡਾ ਕਨਸਟੀਟਿਊਸ਼ਨਲ ਸੰਵਿਧਾਨ ਦੇ ਨਾਲ ਦੇਸ਼ ਚੱਲਦੇ ਹਨ। ਲੇਕਿਨ ਸਰਕਾਰ ਨੂੰ ਇਹ ਗੱਲ ਜ਼ਰੂਰ ਰਿਲਾਈਜ਼ ਕਰਨੀ ਚਾਹੀਦੀ ਹੈ ਕਿ ਐਸਾ ਮਾਹੌਲ ਟਾਈਮ ਆਇਆ ਹੀ ਨਾ, ਬੱਚੇ ਕਾਨੂੰਨ ਆਪਣੇ ਹੱਥ ਲੈਣ ਦੀ ਕੋਸ਼ਿਸ਼ ਹੀ ਨਾ ਕਰਨ, ਸਰਕਾਰਾਂ ਦੇ ਇੰਨਾ ਭਰੋਸਾ ਹੋਵੇ। ਜੋ ਮੌਜੂਦਾ ਇਸ ਟਾਈਮ ਸਾਡੀ ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਮੈਂ ਕੋਈ ਚਾਪਲੂਸੀ ਦੀ ਗੱਲ ਨਹੀਂ ਕਰਾਂਗਾ, ਲੇਕਿਨ ਮੌਜੂਦਾ ਜੋ ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਮੈਂ ਉਹਨਾਂ ਦੀ ਮੁਬਾਰਕਬਾਦ ਦਿਆਂਗਾ। ਸਾਡੇ ਐਸਐਸਪੀ ਸਾਹਿਬ, ਸਾਡੇ ਐਸਡੀਪੀਓ ਸਾਹਿਬ, ਸਾਡੀ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਹੈ ਸਾਰੀ ਬੜੀ ਕੋਆਪਰੇਟਿਵ ਹੈ। ਕਿਉਂਕਿ ਇੱਥੋਂ ਸਾਬਤ ਹੁੰਦਾ ਗ੍ਰੇਟਰ ਕਲਾਸ ਜੋ ਚੋਰੀ ਹੋਈ ਸੀ, ਸਾਨੂੰ ਸਾਰਿਆਂ ਕਿਹਾ ਸੀ ਵੀਰ ਜੀ ਸਵੇਰੇ ਚੋਰ ਪਕੜਿਆ ਜਾਂਦਾ, ਸ਼ਾਮ ਨੂੰ ਛੱਡ ਦਿੱਤਾ ਜਾਂਦਾ। ਲੇਕਿਨ ਅਸੀਂ ਦਰਖਾਸਤ ਕੀਤੀ ਐਸਐਸਪੀ ਸਾਹਿਬ ਅੱਗੇ, ਅਸੀਂ ਐਸਡੀਪੀਓ ਸਾਹਿਬ ਨੂੰ ਭਾਈ ਉੱਤੇ ਉੱਪਰ 295 ਇਹ ਜ਼ਰੂਰ ਲਗਾਇਆ ਜਾਏ, ਕਿਉਂਕਿ ਸਿਰਫ ਗੋਲਕ ਚੁੱਕ ਕੇ ਜਾਣ ਦਾ ਹੀ ਸਾਨੂੰ ਇੰਨਾ ਦੁੱਖ ਨਹੀਂ ਜਿੰਨਾ ਦੁੱਖ ਸਾਨੂੰ ਗੁਰੂ ਘਰ ਦੀ ਬੇਅਦਬੀ ਦਾ ਹੈ। ਗੁਰੂ ਮਹਾਰਾਜ ਜੋ ਚੱਪਲਾਂ ਪਾ ਕੇ, ਜੁੱਤੀਆਂ ਪਾ ਕੇ ਉੱਥੇ ਗੁਰੂ ਘਰ 'ਚ ਐਂਟਰ ਕਰ ਗਿਆ ਸੀ, ਸੋ ਕਾਬਲੇ ਬਰਦਾਸ਼ਤ ਨਹੀਂ ਸੀ। ਸੋ ਉਹਨਾਂ ਨੇ ਸਾਡੀ ਉਸ ਗੱਲ ਨੂੰ ਸੁਣਿਆ ਔਰ ਅੱਜ ਤੱਕ ਉਹ ਮੁਜਰਿਮ ਅੰਦਰ ਹੈ। ਔਰ ਐਸਐਸਪੀ ਸਾਹਿਬ ਨਾਲ ਪਰਸੋਂ ਵੀ ਸਾਡੀ ਗੱਲ ਹੋਈ ਸੀ, ਉਹਨੇ ਕਿਹਾ ਬਿਲਕੁਲ ਅਸੀਂ ਪੀਐਸਏ ਤਿਆਰ ਕਰਤਾ ਹੈ ਤੇ ਬਹੁਤ ਜਲਦੀ ਅਸੀਂ ਉਹਦੇ 'ਤੇ ਪੀਐਸਏ ਲਗਾਉਣ ਜਾ ਰਹੇ ਹਾਂ। ਸੋ ਮੈਂ ਜਦ ਐਡਮਿਨਿਸਟ੍ਰੇਸ਼ਨ ਸਾਨੂੰ ਕੋਆਪਰੇਟ ਕਰੇ ਤੇ ਫਿਰ ਸਾਨੂੰ ਵੀ ਚਾਹੀਦਾ ਕਿ ਐਡਮਿਨਿਸਟ੍ਰੇਸ਼ਨ ਦੀ ਗੱਲ ਸੁਣੀਏ, ਕੋਆਪਰੇਟ ਕਰੀਏ। ਬਾਕੀ ਅਗਰ ਕਿਤੇ ਕੋਈ ਅਸੀਂ ਦੇਖਾਂਗੇ ਭਾਈ ਕਿਤੇ ਕੋਈ ਸਰਕਾਰ ਢਿੱਲ-ਮੱਠ ਕਰ ਰਹੀ ਹੈ ਤੇ ਡੈਫੀਨੇਟਲੀ ਮੈਂ ਆਪਣੇ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਬੜੇ ਇਸ ਵਕਤ ਗੁੱਸੇ ਵਿੱਚ ਹਨ ਕਿ ਡੀਜੀਪੀਸੀ ਕਿਸੇ ਵੀ ਪਾਸਿਓਂ ਆਪਣੀ ਫਰਜ਼ਾਂ ਦੀ ਕੁਤਾਹੀ ਨਹੀਂ ਕਰੇਗੀ। ਤੁਸੀਂ ਸੰਗਤਾਂ ਨੇ ਸਾਨੂੰ ਮਾਣ ਬਖਸ਼ਿਆ ਹੈ, ਤੁਹਾਡੇ ਮਾਣ ਦਾ ਮਾਨ ਸਨਮਾਨ ਰੱਖਣਾ ਸਾਡਾ ਕੰਮ ਹੈ। ਜਿੱਥੇ ਅਸੀਂ ਸਮਝਾਂਗੇ ਸਰਕਾਰ ਦੀ ਤਰਫੋਂ ਕੋਈ ਢਿੱਲ-ਮੱਠ ਹੋ ਰਹੀ ਹੈ, ਬਿਲਕੁਲ ਫਿਰ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਾਂਗੇ। ਜਿੱਥੇ ਬੈਠਣਾ ਪਿਆ, ਧਰਨਾ ਲਗਾਉਣਾ ਪਿਆ, ਸੜਕਾਂ 'ਤੇ ਆਉਣਾ ਪਿਆ, ਅਸੀਂ ਬਿਲਕੁਲ ਆਪਣੀ ਸੰਗਤ ਦੇ ਨਾਲ ਹਾਂ। ਲੇਕਿਨ ਉਮੀਦ ਕਰਦੇ ਹਾਂ ਸਾਡੇ ਕੋਲ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵੀ ਆਏ ਹਨ, ਬੜੀ ਤਤਪਰਤਾ ਦਿਖਾ ਰਹੇ ਹਨ। ਉਮੀਦ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਇਸ ਚੀਜ਼ ਤੱਕ ਪਹੁੰਚਣਗੇ। ਮੈਂ ਇੱਕ ਵਾਰੀ ਫਿਰ ਪ੍ਰਧਾਨ ਸਾਹਿਬ ਨੇ ਵੀ ਕਿਹਾ, ਮੈਂ ਵੀ ਆਪਣੇ ਗੁਰੂ ਘਰ ਦੀਆਂ ਸਾਰੀਆਂ ਮੈਨੇਜਮੈਂਟ ਕਮੇਟੀਆਂ ਨੂੰ ਕਹਿ ਦਿਆਂ, ਗੁਰੂ ਘਰਾਂ 'ਚ ਸੀਸੀਟੀਵੀ ਕੈਮਰੇ ਦੀ ਕੁਆਲਿਟੀ ਠੀਕ ਕਰੀਏ। ਔਰ ਖਾਲੀ ਕਿਉਂਕਿ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਬਗੈਰ, ਦੂਸਰੇ ਪੁਰਾਣੇ ਕੈਮਰੇ ਸਨ, ਅੱਜ ਕੱਲ੍ਹ ਅਪਡੇਟਡ ਬੜੇ ਆ ਗਏ ਹਨ, ਹਾਈ ਡੈਫੀਨੇਸ਼ਨ ਕੈਮਰੇ ਆ ਗਏ ਹਨ, ਉਹ ਲਗਾਈਏ। ਸਾਊਂਡ ਰਿਕਾਰਡਿੰਗ ਵੀ ਨਾਲ ਹੈ, ਖਰਚੇ ਥੋੜ੍ਹੇ ਬਾਕੀ ਘਟਾ ਕੇ ਇਸ ਪਾਸੇ ਖਰਚਾ ਜ਼ਿਆਦਾ ਕਰੀਏ। ਗੁਰੂ ਘਰਾਂ ਦੀ ਸੇਫਟੀ ਅਸੀਂ ਪਹਿਲੇ ਦੇਖੀਏ, ਬਾਅਦ 'ਚੋਂ ਬੋਲਣ ਤੋਂ, ਬਾਅਦ 'ਚੋਂ ਪਛਤਾਵਾ ਕਰਨ ਤੋਂ ਜ਼ਿਆਦਾ ਅੱਛਾ ਹੈ ਕਿ ਅਸੀਂ ਪ੍ਰੀਵੈਂਟਿਵ ਮੇਜਰ ਲਈਏ, ਇਹ ਚੀਜ਼ਾਂ ਕਰੀਏ। ਔਰ ਮੈਂ ਸਮਝਦਾ ਇਹ ਬੜੀਆਂ ਜ਼ਰੂਰੀ ਹਨ। ਔਰ ਗੁਰੂ ਘਰ ਨੂੰ ਬਿਲਕੁਲ ਹੀ ਇੱਕ ਮਿੰਟ ਵੀ ਖੁੱਲ੍ਹਾ ਨਾ ਛੱਡਿਆ ਜਾਵੇ, ਕਿਉਂਕਿ ਹਾਲਾਤ ਐਸੇ ਹਨ ਕਿ ਨਹੀਂ ਚਾਹੁੰਦੇ ਲੋਕੀ ਕਿ ਸਮਾਜਿਕ ਭਾਈਚਾਰਾ ਬਣਿਆ ਰਹੇ। ਕਿਉਂਕਿ ਸਿਆਸੀ ਲੋਕਾਂ ਨੂੰ ਕੁਝ ਚੀਜ਼ਾਂ ਐਸੀਆਂ ਸੂਟ ਕਰਦੀਆਂ ਹਨ, ਜਿਉਂ-ਜਿਉਂ ਬਿਖਰਾਵ ਹੋਏ, ਜਿਉਂ-ਜਿਉਂ ਕਮਿਊਨਿਟੀਆਂ ਦੇ ਆਪਸੀ ਡਿਵੀਜ਼ਨ ਕ੍ਰੀਏਟ ਹੋਏ ਤਾਂ ਸ਼ਾਇਦ ਸਿਆਸੀ ਲੋਕਾਂ ਨੂੰ ਫਾਇਦਾ ਹੁੰਦਾ ਹੈ। ਇਸ ਕਰਕੇ ਅਸੀਂ ਆਪਣੇ ਗੁਰੂ ਘਰਾਂ ਦੀ ਦੇਖਭਾਲ ਆਪਣੇ ਹੱਥ ਲਈਏ, ਨੌਜਵਾਨ ਵੀਰ ਆਪਣੀਆਂ ਡਿਊਟੀਆਂ ਦੇਣ, ਕਮ ਸੇ ਕਮ ਗੁਰੂ ਘਰਾਂ ਨਾਲ ਖੁੱਲ੍ਹਾ ਨਾ ਛੱਡੀਏ। ਜਦ ਸਾਡਾ ਐਸਾ ਮੌਕਾ ਅਸੀਂ ਆਣ ਹੀ ਨਾ ਦਈਏ। ਲੇਕਿਨ ਇਹ ਵੀ ਗੱਲ ਨਹੀਂ ਕਹਿ ਸਕਦੇ ਅਸੀਂ ਭਾਈ ਕਿਸੇ ਨਾਨ ਸਿੰਘ ਨੂੰ ਦੇਖੀਏ ਤਾਂ ਰੋਕ ਦਈਏ, ਉਹ ਵੀ ਪਾਸੀਬਲ ਨਹੀਂ ਹੈ। ਗੁਰੂ ਘਰ ਸਾਰਿਆਂ ਲਈ ਖੁੱਲ੍ਹਾ ਹੈ, ਕੋਈ ਵੀ ਆ ਸਕਦਾ ਹੈ, ਲੇਕਿਨ ਨਜ਼ਰ ਰੱਖਣੀ ਸਭ ਤੋਂ ਜ਼ਰੂਰੀ ਹੈ, ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ। ਅਦਰਵਾਈਜ਼ ਐਸਾ ਪਹਿਲੇ ਨਹੀਂ ਸੀ ਹੁੰਦਾ ਤੇ ਦਿਨ ਰਾਤ ਗੁਰੂ ਘਰ ਖੁੱਲ੍ਹੇ ਰਹਿੰਦੇ ਸਨ, ਲੋਕੀ ਆਉਂਦੇ ਸਨ। ਹੁਣ ਜਾਣ-ਬੁੱਝ ਕੇ ਸ਼ਰਾਰਤਾਂ ਡੈਲੀਬਰੇਟ ਕੀਤੀਆਂ ਜਾਂਦੀਆਂ। ਸੋ ਇਸ ਨੂੰ ਨੱਥ ਪਾਉਣ ਦੀ ਜਿੱਥੇ ਅਸੀਂ ਸਰਕਾਰ ਨੂੰ ਕਹਿੰਦੇ ਆ, ਉੱਥੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਗੁਰੂ ਘਰਾਂ ਦੀ ਅਸੀਂ ਹਿਫਾਜ਼ਤ ਆਪੇ ਕਰੀਏ। ਮੈਂ ਸਮਝਦਾ ਇੰਨੀਆਂ ਹੀ ਬੇਨਤੀਆਂ ਬਿਲਕੁਲ ਮੈਂ ਐਡਮਿਨਿਸਟ੍ਰੇਸ਼ਨ ਨੂੰ ਕਹਾਂਗਾ, ਕਿਉਂਕਿ ਤੁਸੀਂ ਰੀਸੈਂਟਲੀ ਦੇਖਿਆ ਹੋਵੇਗਾ ਸੁਪਰੀਮ ਕੋਰਟ ਨੇ ਵੀ ਇਹ ਗੱਲਾਂ ਕਹੀਆਂ, ਜਿੱਥੇ ਸਰਕਾਰ ਕੁਝ ਚੀਜ਼ਾਂ ਬੰਦ ਲਿਫਾਫੇ ਸੁਪਰੀਮ ਕੋਰਟ ਨੂੰ ਦਿੰਦੀ ਸੀ ਤਾਂ ਮੈਂ ਮੁਬਾਰਕਬਾਦ ਦਿਆਂਗਾ ਜਸਟਿਸ ਚੰਦਰਚੂੜ ਸਾਹਿਬ ਨੂੰ। ਉਹਨਾਂ ਨੇ ਕਿਹਾ ਵੀ ਬੰਦ ਲਿਫਾਫੇ ਦੇਣ ਦੀ ਜ਼ਰੂਰਤ ਨਹੀਂ ਹੈ, ਜੋ ਕਰਨਾ ਹੈ ਖੁੱਲ੍ਹੇ ਟਰਾਂਸਪੇਰੈਂਟ ਤਰੀਕੇ ਨਾਲ ਕਰੋ। ਸੋ ਅਗਰ ਸੁਪਰੀਮ ਕੋਰਟ ਦੀ ਐਸੀ ਇੱਕ ਟਿੱਪਣੀ ਆਈ ਹੈ, ਮੈਂ ਸਮਝਦਾ ਸਰਕਾਰਾਂ ਨੂੰ ਵੀ ਚਾਹੀਦਾ
ਕਿ ਐਸੀਆਂ ਚੀਜ਼ਾਂ ਜੋ ਲੋਕ ਐਸੀਆਂ ਕਰਦੇ ਨੇ ਪਬਲਿਕ ਡੋਮੇਨ ਦੇ ਚੁਣਾਵ ਚਿਹਰੇ ਆਉਣੇ ਚਾਹੀਦੇ ਨੇ, ਲੋਕਾਂ ਨੂੰ ਪਤਾ ਚੱਲੇ ਕਿ ਇਹ ਉਹ ਸਮਾਜ ਵਿਰੋਧੀ ਦੁਸ਼ਮਣ ਹਨ ਜੋ ਸਮਾਜ ਦੇ ਤਾਣੇ ਬਾਣੇ ਨੂੰ, ਸਾਡੇ ਸੋਸ਼ਲ ਫੈਬਰਿਕ ਨੂੰ ਤੋੜਨਾ ਚਾਹੁੰਦੇ ਹਨ। ਬਾਕੀ ਗੁਨਾਹ ਸ਼ਾਇਦ ਛੋਟੇ ਹੋ ਸਕਦੇ ਨੇ, ਲੇਕਿਨ ਸਮਾਜਿਕ ਤਾਣੇ ਬਾਣੇ ਨੂੰ ਤੋੜਨਾ ਇਹ ਸਭ ਤੋਂ ਵੱਡਾ ਗੁਨਾਹ ਹੈ, ਜਿਸ ਤੇ ਦਿਲਾਂ ਨੂੰ ਦੂਰੀਆਂ ਪਾਉਣ ਦੇ ਲਈ ਜੋ ਕੰਮ ਕਰਦੇ ਨੇ, ਸਮਾਜ ਨੂੰ ਇਹ ਬਾਹਰ ਆਉਣਾ ਚਾਹੀਦਾ। ਔਰ ਮੈਂ ਇਹ ਵੀ ਜ਼ਰੂਰ ਕਹਿ ਦਿਆਂਗਾ, ਜਿਸ ਤਰ੍ਹਾਂ ਇੰਸਟਾਗ੍ਰਾਮ ਦੀ ਅਸੀਂ ਗੱਲ ਕੀਤੀ ਸੀ, ਕਿਸੇ ਸ਼ਖਸ ਨੇ ਬਾਰ-ਬਾਰ ਇੰਸਟਾਗ੍ਰਾਮ 'ਤੇ ਐਸੀਆਂ ਪੋਸਟਾਂ ਪਾਉਂਦਾ ਹੈ, ਪਰ ਫਿਰ ਇੱਥੇ ਸਾਡੇ ਨੌਜਵਾਨਾਂ ਦਾ ਗੁੱਸਾ ਵੀ ਜ਼ਾਇਜ਼ ਹੈ ਕਿ ਕੋਈ ਸਿੱਖ ਅਗਰ ਵੀਡੀਓ ਕੋਈ ਐਸੀ ਪਾਉਂਦਾ ਹੈ ਜੋ ਕਿਸੇ ਦੇਸ਼ ਦੇ ਖਿਲਾਫ ਨਹੀਂ ਹੁੰਦੀ, ਅੱਜ ਸੱਤਾ ਦੇ ਖਿਲਾਫ ਗੱਲ ਕਰੋ ਤਾਂ ਵੀ ਕਿਹਾ ਜਾਂਦਾ ਕਿ ਦੇਸ਼ ਵਿਰੋਧੀ ਹੈ। ਉਹਨਾਂ ਦੀਆਂ ਵੀਡੀਓਜ਼, ਉਹਨਾਂ ਦੇ YouTube ਚੈਨਲ ਬੰਦ ਕਰ ਦਿੱਤੇ ਜਾਂਦੇ ਹਨ, ਉਹਨਾਂ ਦੀਆਂ Facebook ਆਈਡੀਆਂ ਬੰਦ ਕੀਤੀਆਂ ਜਾਂਦੀਆਂ ਹਨ, ਲੇਕਿਨ ਜਿਸ ਗੇਬ ਬਿੰਦ ਨਾਂ ਦੇ ਸ਼ਖਸ ਨੇ ਬਾਰ-ਬਾਰ ਆਪਣੀ ਆਈਡੀਆਂ ਬਣਾ ਕੇ ਗੁਰੂ ਮਹਾਰਾਜ ਦੇ ਨਾਲ ਉਹਨਾਂ ਦੀਆਂ ਫੋਟੋਆਂ ਨੂੰ ਫੋਟੋਸ਼ਾਪ ਕਰਕੇ ਅਲੱਗ-ਅਲੱਗ ਤਰੀਕੇ ਨਾਲ ਬਹੁਤ ਹੀ ਬੁਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਲਗਾਤਾਰ ਕਰ ਰਿਹਾ ਔਰ ਕਰ ਰਿਹਾ। ਇਸ ਟਾਈਮ ਤੱਕ 2 ਦਿਨ ਹੋ ਗਏ ਨੇ, SSP ਸਾਹਿਬ ਨੇ ਸਾਡੇ ਕੋਲ ਟਾਈਮ ਕਿਹਾ ਸੀ, ਅਜੇ ਤੱਕ ਉਹ ਆਈਡੀ ਬੰਦ ਨਹੀਂ ਕੀਤੀ ਗਈ। ਖਾਲੀ ਬੰਦ ਕਰਨਾ ਹੀ ਉਹਦਾ ਹੱਲ ਨਹੀਂ ਹੈ। ਉਹਦੇ ਪਿੱਛੇ ਕੌਣ ਸੀ, ਉਹ ਸ਼ਖਸ ਕੌਣ ਹੈ? ਮੈਂ ਸਮਝਦਾ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਆਪਣੀ ਆਈਡੀ ਕ੍ਰੀਏਟ ਕਰਦਾ ਉਹਦੇ ਲਈ ਆਪਣੀ ਉਹਨੂੰ ਮੋਬਾਈਲ ਦਾ ਫ਼ੋਨ ਨੰਬਰ ਦੇਣਾ ਪੈਂਦਾ, ਉਹਦੇ 'ਤੇ OTP ਆਉਂਦੀ ਹੈ। ਆਇਡੈਂਟੀਫਿਕੇਸ਼ਨ ਕੱਢਣਾ ਕੋਈ ਬਹੁਤ ਵੱਡੀ ਗੱਲ ਨਹੀਂ, ਲੇਕਿਨ ਅਗਰ ਸਰਕਾਰ ਚਾਹੇ ਕੱਢ ਸਕਦੀ ਹੈ, ਸਰਕਾਰ ਨਾ ਚਾਹੇ ਫਿਰ ਲੱਗਦਾ ਕਿ ਖਾਲੀ ਸਿੱਖਾਂ ਦੀਆਂ ਆਇਡੈਂਟੀਟੀਆਂ ਮਿੰਟਾਂ ਵਿੱਚ 2-2 ਘੰਟੇ ਜਦੋਂ ਨਿਕਲ ਜਾਂਦੀਆਂ, ਸਾਡੇ ਖਿਲਾਫ ਜੋ ਕੋਈ ਸਾਜ਼ਿਸ਼ ਕੀਤੀ ਜਾਂਦੀ ਹੈ ਉਹਦੀ ਆਇਡੈਂਟੀਫਿਕੇਸ਼ਨ ਜਲਦੀ ਕੋਈ ਬਾਹਰ ਕਿਉਂ ਨਹੀਂ ਆਉਂਦੀ। ਮੈਂ ਸਰਕਾਰ ਅੱਗੇ ਦਰਖਾਸਤ ਕਰਾਂਗਾ, ਬੜੇ ਸੈਂਸਿਟਿਵ ਇਸ਼ੂ ਹਨ, ਐਸਾ ਨਾ ਹੋਏ ਇਹਨੂੰ ਫਲੇਅਰ ਅਪ ਹੁੰਦੇ ਟਾਈਮ ਨਹੀਂ ਲੱਗਦਾ, ਕਿਧਰੇ ਵੀ ਇਹ ਚੀਜ਼ਾਂ ਫਲੇਅਰ ਅਪ ਹੋ ਸਕਦੀਆਂ ਹਨ। ਸੋ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਚੀਜ਼ਾਂ 'ਤੇ ਜਲਦੀ ਗੌਰ ਫਰਮਾਏ। ਅੱਜ ਅਸੀਂ ਜਾ ਰਹੇ ਹਾਂ ਉਸ ਇਸ਼ੂ 'ਤੇ ਵੀ FIR ਲਗਾਉਣ ਜਾ ਰਹੇ ਹਾਂ, ਕਿਉਂਕਿ SSP ਸਾਹਿਬ ਨਾਲ ਗੱਲ ਹੋਈ ਸੀ ਭਈ ਇਹ ਬੜਾ ਗੰਭੀਰ ਮੁੱਦਾ ਹੈ। ਨੌਜਵਾਨਾਂ ਨੇ ਦੇਖਿਆ, ਅਸੀਂ SSP ਜੋ ਇੰਸਟਾਗ੍ਰਾਮ ਦੀ ਗੱਲ ਕਰ ਰਹੇ ਹਾਂ, ਜੋ ਇੰਸਟਾਗ੍ਰਾਮ ਦਾ ਮੁੱਦਾ ਆ, ਸੋ ਅੱਜ ਜਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ 'ਤੇ ਵੀ FIR ਲਗਵਾ ਕੇ ਐਕਸ਼ਨ ਕਰੀਏ। ਖਾਲੀ FIR ਨਹੀਂ, ਉਹਨੂੰ ਲੌਜੀਕਲ ਕਨਕਲੂਜਨ ਤੱਕ ਪਹੁੰਚੇ ਤਾਂ ਸਾਨੂੰ ਲੱਗੇਗਾ। ਜਦ ਸਾਡੀ ਐਡਮਿਨਿਸਟ੍ਰੇਸ਼ਨ ਆਇਡੈਂਟੀਫਾਈ ਕਰ ਲੇਗੀ ਬੰਦਾ ਕੌਣ ਹੈ, ਉਹਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ, ਕਾਨੂੰਨ ਸਖਤ ਤੋਂ ਸਖਤ ਕਾਰਵਾਈ ਕਰੇਗਾ। ਦਿਬਰੂਗੜ੍ਹ ਜੇਲ੍ਹ ਅਗਰ ਸਿੱਖਾਂ ਲਈ ਬਣਾਈ ਹੈ ਤਾਂ ਬਾਕੀ ਜੇਲ੍ਹ ਦੇ ਵਿੱਚ ਬਾਕੀ ਵੀ ਮੁਜਰਮ ਵੀ ਜੋ ਇੱਕ ਐਸਾ ਦਵੇਸ਼ ਫੈਲਾਉਂਦੇ ਨੇ ਉਹਨਾਂ ਲਈ ਵੀ ਸਜ਼ਾਵਾਂ ਦਿੱਤੀਆਂ ਜਾਣ, ਤਾਂ ਸਾਨੂੰ ਲੱਗੇਗਾ ਦੇਸ਼ ਸਾਡਾ ਹੈ, ਬਰਾਬਰ ਦੀ ਨਿਗਾਹ ਰੱਖਦਾ ਹੈ, ਸਭ ਨੂੰ ਬਰਾਬਰ ਨਾਲ ਦਿਖਦਾ ਹੈ। ਖਾਲੀ ਸਿੱਖਾਂ ਲਈ ਅਲੱਗ ਜੇਲ੍ਹਾਂ ਨਹੀਂ ਬਣਾਈਆਂ ਜਾਣਗੀਆਂ। ਜੋ ਵੀ ਦੇਸ਼ ਦੇ ਵਿੱਚ ਜੋ ਵੀ ਐਸਾ ਕੰਮ ਕਰਦਾ ਹੈ ਉਹਦੇ ਲਈ ਸਜ਼ਾਵਾਂ ਹੋਣੀਆਂ ਚਾਹੀਦੀਆਂ, ਹਰ ਸ਼ਖਸ ਕਿਸੇ ਕਮਿਊਨਿਟੀ ਦਾ ਕਿਉਂ ਨਾ ਹੋਵੇ। ਮगर ਇਹ ਲੱਗਦਾ ਸਰਕਾਰ ਫਿਰ ਕਿਤੇ ਨਾ ਕਿਤੇ ਬਾਇਸਡ ਹੈ। ਸਰਕਾਰ ਕਿਸੇ ਇੱਕ ਦੀ ਜ਼ੁਬਾਨ ਤੇ ਤਾਲਾ ਲਗਾਉਣਾ ਚਾਹੁੰਦੀ ਹੈ, ਸੋ ਤਾਲਾ ਲਗਾ ਕੇ ਤੁਸੀਂ ਜ਼ਿਆਦਾ ਕਾਬੂ ਨਹੀਂ ਰੱਖ ਸਕਦੇ। ਸਾਨੂੰ ਜਿਤਨੀ ਫਰੀडम ਆਫ ਸਪੀਚ ਜਿਤਨੀ ਹੈ ਅਸੀਂ ਉਸ ਤਰੀਕੇ ਨਾਲ ਇਸਤੇਮਾਲ ਕਰਾਂਗੇ, ਲੇਕਿਨ ਉਹ ਵੀ ਅੱਜ ਦੇ ਦੌਰ ਦੇ ਵਿੱਚ ਮੌਜੂਦਾ ਹਾਲਾਤ ਦੇ ਵਿੱਚ ਪੋਲੀਟੀਕਲ ਡਿਸਪੈਂਸੇਸ਼ਨ ਜੋ ਹੈ, ਸਾਨੂੰ ਬੋਲਣ ਦੀ ਆਜ਼ਾਦੀ ਵੀ ਨਹੀਂ ਦਿੱਤੀ ਜਾ ਰਹੀ। ਉਹ ਸਮਝਦੇ ਹਨ ਸਾਡੇ ਖਿਲਾਫ ਪੋਲੀਟੀਕਲ ਡਿਸਪੈਂਸੇਸ਼ਨ ਦੇ ਖਿਲਾਫ ਕੋਈ ਗੱਲ ਕਰੇ ਉਹ ਦੇਸ਼ ਦੇ ਖਿਲਾਫ ਗੱਲ ਕਰੇ। ਬਿਲਕੁਲ ਨਹੀਂ, ਦੇਸ਼ ਜਿੰਨਾ ਕਿਸੇ ਬਾਕੀ ਦਾ ਉਸ ਤੋਂ ਵੱਧ ਦੇਸ਼ ਸਾਡਾ ਹੈ। ਜਿਤਨੇ ਦੇਸ਼ ਦਾ ਲਾਇਲ ਕੋਈ ਹੋਰ ਹੈ ਉਸ ਤੋਂ ਵੱਧ ਦੇਸ਼ ਦੇ ਲਾਇਲ ਅਸੀਂ ਹਾਂ। ਤਾਂ ਅਸੀਂ ਹਰ ਚੀਜ਼ ਨੂੰ ਸਮਝਦੇ ਹਾਂ, ਲੇਕਿਨ ਫਿਰ ਵੀ ਸਾਨੂੰ ਬਦਨਾਮ ਕਰਨ ਦੇ ਲਈ ਮੀਡੀਆ ਨੂੰ ਇੱਕ ਨੈਰੇਟਿਵ ਦਿੱਤਾ ਜਾਂਦਾ ਹੈ। ਛੋਟਾ ਜਿਹਾ ਕੋਈ ਇੰਸੀਡੈਂਟ ਹੁੰਦਾ ਤਾਂ ਪੂਰੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਸਵੇਰ ਤੋਂ ਲੈ ਕੇ ਸਾਰੇ ਨੈਸ਼ਨਲਿਸਟ ਜੋ ਚੈਨਲ ਹਨ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ਾਂ ਕਰਦੇ ਹਨ। ਸਵੇਰੇ ਹੀ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੂੰ ਬੇਰੁਜ਼ਗਾਰੀ ਨਹੀਂ ਲੱਭਦੀ, ਉਹਨਾਂ ਨੂੰ ਕ੍ਰਾਈਮ ਨਹੀਂ ਲੱਭਦਾ, ਉਹਨਾਂ ਨੂੰ ਇਨਫਲੇਸ਼ਨ ਨਹੀਂ ਲੱਭਦੀ, ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਲੱਭਦੀਆਂ। ਸਿਰਫ ਔਰ ਸਿਰਫ ਇੱਕ ਸਿੱਖ ਅਗਰ ਕੋਈ ਕ੍ਰਾਈਮ ਕਰਦਾ ਪੂਰੀ ਕਮਿਊਨਿਟੀ ਨੂੰ ਡੱਬ ਕਰਕੇ ਕਰਨਾ ਸ਼ੁਰੂ ਕਰਤਾ ਜਾਂਦਾ। ਕਿਤੇ ਨਾ ਕਿਤੇ ਬਦਕਿਸਮਤੀ ਹੈ ਸਾਡੀ ਕੌਮ ਦੀ, ਸਾਡੇ ਸਮਾਜ ਦੀ, ਕਿ ਅੱਜ ਦੇ ਦੌਰ ਦੇ ਸਰਕਾਰਾਂ ਇਸ ਤਰੀਕਾ ਕਰਦੇ। ਇਸ ਤਰੀਕੇ ਨੂੰ ਗਰੇਜ਼ ਕਰਨੀ ਚਾਹੀਦੀ ਹੈ, ਦਿਲਾਂ ਨੂੰ ਜੋੜਨ ਦੀ ਗੱਲ ਕਰਨੀ ਚਾਹੀਦੀ ਹੈ। ਨਫ਼ਰਤਾਂ ਫੈਲਾ ਕੇ ਕੁਝ ਵੋਟਾਂ ਤੇ ਹਾਸਲ ਕਰ ਸਕਦੇ ਹੋ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੋ ਜ਼ਹਿਰ ਤੁਸੀਂ ਲੋਕਾਂ ਦੇ ਭਰ ਰਹੇ ਹੋ ਇਹ ਕਿਤੇ ਨਾ ਕਿਤੇ ਸਮਾਜ ਲਈ ਠੀਕ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਭਿੱਜੇ ਦਿਲ ਨਾਲ, ਦੁੱਖ ਭਰੇ ਦਿਲ ਨਾਲ ਇਹ ਸੂਚਨਾ ਜਿਹੜੀ ਹੈ ਸਾਨੂੰ ਸੁਣਾ ਰਹੇ ਹਾਂ ਕਿ ਕੱਲ੍ਹ 3 ਵਜੇ ਨਾਲ ਗੁਰਦੁਆਰਾ ਰਾਮਲੀਲਾ ਡਿਗਿਆਣਾ, ਜਿੱਥੇ ਸਾਡਾ ਪ੍ਰੋਗਰਾਮ ਸੀ 2 ਵਜੇ ਤੱਕ ਪ੍ਰੋਗਰਾਮ ਚੱਲਦਾ ਰਿਹਾ। 3 ਵਜੇ ਸਾਡੇ ਬੱਚੇ ਜੋ ਸੇਵਾਦਾਰ ਸਨ ਬਾਹਰ ਲੰਗਰ ਛਕ ਰਹੇ ਸਨ, ਅਤੇ ਉਹ ਇੱਕ ਲੇਡੀ ਆਈ ਜੋ ਆ ਕੇ ਉਹਨਾਂ ਨੇ ਐਂਟਰ ਕਰਕੇ ਤੇ ਆ ਕੇ ਰੁਮਾਲਾ ਸਾਹਿਬ ਚੱਕਿਆ ਔਰ ਰੁਮਾਲਾ ਸਾਹਿਬ ਚੱਕ ਕੇ ਉੱਥੇ ਸਾਈਡ 'ਤੇ ਰੱਖਤਾ ਔਰ ਵਾਪਸ ਚਲੇ ਗਈ। ਬੜੇ ਦੁੱਖ ਦੀ ਗੱਲ ਹੈ ਕਿ ਜੋ ਘਟਨਾ ਜੋ 2-4 ਦਿਨ ਪਹਿਲੇ ਸਾਡੇ ਕੋਲ ਮੰਦਿਰ ਘਟਨਾ ਉੱਥੇ ਚੋਰੀ ਹੋ ਗਈ ਔਰ ਅੱਜ ਸਾਡੇ 'ਤੇ ਹੈ, ਕੱਲ੍ਹ ਹੋਰ ਵੀ ਕਿਤੇ ਹੋ ਸਕਦੀ ਹੈ। ਸੋ ਸਾਡਾ ਜੋ ਇੱਥੇ ਭਾਈਚਾਰਾ ਹੈ 47 ਦੇ ਅਸੀਂ ਰਹਿਣ ਵਾਲੇ ਹਾਂ। 62 ਦਾ ਸਾਡਾ ਗੁਰਦੁਆਰਾ ਹੈ ਜੋ ਅਸੀਂ ਸਾਡੇ ਬਜ਼ੁਰਗਾਂ ਨੇ ਇਹ ਤਿਆਰ ਕੀਤਾ ਸੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ। ਔਰ ਸਾਡੇ ਕੋਲ ਮੁਸਲਮਾਨ ਵੀਰ ਜੋ ਮਸਜਿਦ ਵਾਲੇ ਨਾਲ ਹੀ ਸਾਡੇ ਕੋਲ ਮੰਦਿਰ ਹਿੰਦੂ ਵੀਰ ਸਾਡੇ ਇਕੱਠੇ, ਅਸੀਂ ਦੀਵਾਲੀ ਇਕੱਠੇ ਬਣਾਉਂਦੇ ਹਾਂ, ਈਦ ਇਕੱਠੇ ਬਣਾਉਂਦੇ ਹਾਂ, ਵਿਸਾਖੀ ਇਕੱਠੇ ਬਣਾਉਂਦੇ ਹਾਂ, ਨਾਲ ਪੀਰ ਦੀ ਜਗ੍ਹਾ ਹੈ। ਸਾਰੇ ਵਰਸ਼ਿਪ ਜਗ੍ਹਾ ਜਿਹੜੀਆਂ ਹੁਣ ਸਵੇਰੇ ਵਰਸ਼ਿਪ ਵਾਸਤੇ ਆਉਂਦੇ ਹਾਂ ਔਰ ਆਪੇ ਵਿੱਚ ਭਾਈਚਾਰਾ। ਹੁਣ ਸਾਡੇ ਕੋਲ ਈਦ ਪਿੱਛੇ ਹੋਈ, ਉਹਦੇ ਵਿੱਚ ਸਾਰੇ ਮੁਬਾਰਕ ਦਿੱਤੀ ਸਾਡੀ ਕਮੇਟੀ ਨੇ ਵੀ ਜਾ ਕੇ, ਉਹ ਵੀ ਸਾਡੇ ਕੋਲ ਆ ਕੇ ਮੁਬਾਰਕਾਂ ਦਿੰਦੇ ਹਨ। ਪਰ ਜਿਸ ਸ਼ਖਸ ਨੇ ਵੀ ਇਹ ਕੰਮ ਕਰਾਇਆ ਹੈ ਜਾਂ ਹੋਇਆ ਹੈ, ਅਸੀਂ ਜ਼ਰੂਰ ਸਾਡੇ ਸਤਿਕਾਰਯੋਗ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਟੋਰਾ ਸਾਹਿਬ ਰਣਜੀਤ ਸਿੰਘ ਟੋਰਾ ਜੀ,
ਕੱਲ੍ਹ ਉਹਨਾਂ ਨੂੰ ਟੈਲੀਫੋਨ ਕੀਤਾ ਸ਼ਾਮ ਨੂੰ, ਅਸੀਂ ਉਸੇ ਵੇਲੇ ਸਾਡੇ ਕੋਲ ਇੱਥੇ ਪਹੁੰਚ ਗਏ। ਔਰ ਇਹਨਾਂ ਦੇ ਨਾਲ ਹੀ ਸਾਡੇ ਪੁਲਿਸ ਪੋਸਟ ਇੰਚਾਰਜ ਬਲਵੀਰ ਸਿੰਘ ਜੀ ਜੋ ਚੌਕੀ ਅਫਸਰ ਹਨ, ਉਹ ਵੀ ਇੱਥੇ ਆ ਗਏ। तो शाम ਨੂੰ ਅਸੀਂ ਕੋਈ 12 ਵਜੇ ਤੱਕ ਇੱਥੇ ਚੌਕੀ ਅਫਸਰ ਵੀ ਰਹੇ ਔਰ ਸਾਹਿਬ ਟੋਰਾ ਸਾਹਿਬ ਵੀ ਸਾਡੇ ਨਾਲ ਰਹੇ। ਔਰ ਸਾਰੇ ਜੋ ਵਿਚਾਰ ਜਿਹੜੇ ਹਨ ਲੈ ਕੇ ਅਸੀਂ ਸਵੇਰ 'ਤੇ ਰੱਖੇ। ਸਵੇਰੇ 6 ਵਜੇ ਸਾਡੇ ਕੋਲ ਪੁਲਿਸ ਪੋਸਟ ਇੰਚਾਰਜ ਬਲਵੀਰ ਸਿੰਘ ਜੀ ਪਹੁੰਚ ਗਏ ਇੱਥੇ ਔਰ ਆ ਕੇ ਸਵੇਰ ਦੇ ਸਾਡੇ ਨਾਲ ਸਾਥ ਦੇ ਰਹੇ ਹਨ। ਇਹਨਾਂ ਦੇ ਨਾਲ ਸਾਡੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਸਾਹਿਬ, ਇਹਨਾਂ ਦਾ ਵੀ ਅਸੀਂ ਧੰਨਵਾਦੀ ਹਾਂ, ਜਿਹੜਾ ਕਿ ਜਦੋਂ ਵੀ ਇਹਨਾਂ ਨੂੰ ਸਾਡੇ 'ਤੇ ਕੋਈ ਪੀੜਾ ਆਉਂਦੀ ਹੈ ਸਭ ਤੋਂ ਪਹਿਲੇ ਪਹੁੰਚ ਕੇ ਸਾਡੇ ਸਿਰ 'ਤੇ ਹੱਥ ਰੱਖਦੇ ਹਨ। ਸੋ ਸਾਡੇ ਸਾਰਿਆਂ ਦਾ ਹੀ ਹੁਣ ਫਰਜ਼ ਬਣਦਾ ਹੈ, ਟਾਈਮ ਆ ਗਿਆ ਹੈ ਕਿ ਅਸੀਂ ਅਲਰਟ ਹੋਣਾ ਹੈ। ਸਾਡਾ ਜੋ ਭਾਈਚਾਰਾ ਡਿਆਣੇ ਦਾ, ਇਸ ਨੂੰ ਅਸੀਂ ਕਦੇ ਵੀ ਖਤਮ ਨਹੀਂ ਹੋਣ ਦਿਆਂਗੇ। ਇਹ ਸਾਡੇ ਵੀਰ ਹਨ, ਮੁਸਲਮਾਨ ਵੀਰ ਹਨ, ਹਿੰਦੂ ਵੀਰ ਹਨ। ਤੋ ਇਹਨਾਂ ਦਾ ਸਾਰੇ ਅਸੀਂ ਮਿਲ ਕੇ एकता ਦਾ ਜੋ ਵੀ ਕ੍ਰਾਈਮ ਕੀਤਾ ਕਿਸੇ ਦਾ, ਉਹਦੇ ਦਾ ਮੁਕਾਬਲਾ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਐਡਮਿਨਿਸਟ੍ਰੇਸ਼ਨ ਨੂੰ ਖਾਸ ਕਰਕੇ ਬੇਨਤੀ ਕਰਾਂਗੇ ਦੁਬਾਰਾ ਕਿ ਜੋ ਇਹੋ ਜਿਹੇ ਬੰਦੇ ਇਹਨਾਂ ਨੂੰ ਜਲਦੀ ਨਕੇਲ ਪਾਈ ਜਾਏ, ਆਇੰਦਾ ਕਿਤੇ ਜਾ ਕੇ ਬਾਹਰ ਇਹ ਪ੍ਰੋਗਰਾਮ ਨਾ ਕਰਨ। और ਦੁਆਰਾ ਮੈਂ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਣਜੀਤ ਸਿੰਘ ਸਾਹਿਬ ਟੋਰਾ ਸਾਹਿਬ ਦਾ ਬਹੁਤ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਸਵੇਰ ਤੋਂ ਆ ਕੇ ਸਾਡੇ ਕੋਲ ਬੈਠ ਕੇ ਉਹਨੇ ਆ ਕੇ ਸਾਡੇ ਸਾਰੀ ਸੰਗਤ ਨਾਲ ਇਹ ਵਿਚਾਰ ਸਾਂਝੇ ਕੀਤੇ ਹਨ। ਔਰ ਅਸੀਂ ਕੋਈ ਉਮੀਦ ਕਰਦੇ ਹਾਂ ਅੱਗੋਂ ਵੀ ਇਸੇ ਤਰ੍ਹਾਂ ਹੀ ਇਹ ਜੋ ਕਿਤੇ ਵੀ ਘਟਨਾ ਕੋਈ ਵਾਪਰਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਸੂਚਿਤ ਕਰੋ। ਇਹ ਉਸੇ ਵੇਲੇ ਪਹੁੰਚ ਕੇ ਆ ਕੇ ਸਾਡੀ ਮਦਦ ਕਰਨਗੇ। ਉਸ ਇन्हीं ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਸਭ ਨੂੰ ਪਤਾ ਹੀ ਹੈ, ਪ੍ਰਧਾਨ ਸਾਹਿਬ ਸਾਡੇ ਟੋਰਾ ਸਾਹਿਬ DGPC ਦੇ, ਮੀਤ ਪ੍ਰਧਾਨ ਬਲਵਿੰਦਰ ਵੀਰ ਜੀ, ਸਾਡੇ ਮਹਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਰਾਣੀ ਤਲਾਬ ਡਗਾਣਾ ਵਿਖੇ ਜੋ ਕੱਲ੍ਹ ਜੋ ਘਟਨਾ ਵਾਪਰੀ, ਬਹੁਤ ਮੰਦਭਾਗੀ ਘਟਨਾ ਜੋ 3 ਵਜੇ ਨਾਲ ਵਾਪਰੀ। ਇੱਕ ਲੇਡੀਜ਼ ਨੇ ਆ ਕੇ ਮਹਾਰਾਜ ਸਰੂਪ ਦੀ ਬੇਅਦਬੀ ਕੀਤੀ ਹੈ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਪ੍ਰਸ਼ਾਸਨ ਸਾਹਿਬ SI ਸਾਹਿਬ ਸਾਡੇ ਬਲਵੀਰ ਸਿੰਘ ਸਾਹਿਬ ਸਾਡੇ ਕੋਲ ਇੱਥੇ ਬੈਠੇ ਨੇ। ਰਾਤ ਨੂੰ ਵੀ ਕਾਫੀ ਦੇਰ ਤੱਕ ਸਾਡੇ 12:30 ਵਜੇ ਤੱਕ 1 ਵਜੇ ਤੱਕ ਸਾਡੇ ਨਾਲ ਇੱਥੇ ਘੁੰਮਦੇ ਰਹੇ ਨੇ। ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਲਾਇਆ ਕਿ ਅਸੀਂ ਪੂਰੀ ਆਪਣੀ ਕਾਰਵਾਈ ਕਰਾਂਗੇ। ਔਰ ਸਾਡੇ ਪ੍ਰਧਾਨ ਸਾਹਿਬ ਮੀਤ ਸਾਹਿਬ ਪ੍ਰਧਾਨ ਸਾਹਿਬ ਨੇ ਕਿਹਾ ਅਗਰ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਤਾਂ ਠੀਕ ਹੈ, ਅਗਰ ਕੱਲ੍ਹ ਤੱਕ ਨਹੀਂ ਕਰਦਾ ਤਾਂ ਅਸੀਂ ਫਿਰ ਰੋਡਾਂ 'ਤੇ ਉਤਰ ਕੇ ਆਪਣੀ ਕਾਰਵਾਈ ਕਰਾਂਗੇ। ਇਹਨੇ ਕੋਈ ਬੇਨਤੀ ਪ੍ਰਵਾਨ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਜ਼ੀ ਨਾਲ ਇਸ ਕੰਮ ਨੂੰ ਕੀਤਾ ਜਾਏ ਤਾਂ ਕਿ ਜਿਹੜੇ ਲੋਕ ਜਿਸ ਨੇ ਇਹ ਬੇਅਦਬੀ ਕੀਤੀ ਹੈ ਉਹ ਵੀ ਸਾਹਮਣੇ ਆਏ ਔਰ ਜਿਹੜੇ ਸਾਜ਼ਿਸ਼ਕਰਤਾ ਹਨ, ਜਿਹੜੇ ਇਹਦੇ ਪਿੱਛੇ ਇਸ ਸਿਸਟਮ ਨੂੰ ਚਲਾ ਰਹੇ ਨੇ, ਇਸ ਭਾਈਚਾਰੇ ਨੂੰ ਖਰਾਬ ਕਰ ਰਹੇ ਨੇ। ਕਿਉਂਕਿ ਇੱਥੇ ਇੱਕ ਐਸਾ ਮਾਹੌਲ ਹੈ ਜਿੱਥੇ ਅਸੀਂ ਬੈਠੇ ਹਾਂ। ਇਹ ਗੁਰਦੁਆਰਾ ਸਾਹਿਬ, ਇਹ ਇੱਕ ਗੁਰਦੁਆਰਾ ਹੈ, ਉਸ ਦੇ ਅੱਗੇ ਮਸਜਿਦ ਹੈ, ਉਸ ਦੇ ਨਾਲ ਇੱਕ ਮੰਦਿਰ ਹੈ। ਜਦ ਸਾਡੀ ਐਡਮਿਨਿਸਟ੍ਰੇਸ਼ਨ ਆਇਡੈਂਟੀਫਾਈ ਕਰ ਲੇਗੀ ਬੰਦਾ ਕੌਣ ਹੈ, ਉਹਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ। ਕਾਨੂੰਨ ਸਖਤ ਤੋਂ ਸਖਤ ਕਾਰਵਾਈ ਕਰੇਗਾ। ਡਿਬਰੂਗੜ੍ਹ ਜੇਲ੍ਹ ਅਗਰ ਸਿੱਖਾਂ ਲਈ ਬਣਾਈ ਹੈ ਤਾਂ ਬਾਕੀ ਜੇਲ੍ਹ ਦੇ ਵਿੱਚ ਬਾਕੀ ਵੀ ਮੁਜਰਮ ਵੀ ਜੋ ਇੱਕ ਐਸਾ ਦਵੇਸ਼ ਫੈਲਾਉਂਦੇ ਨੇ ਉਹਨਾਂ ਲਈ ਵੀ ਸਜ਼ਾਵਾਂ ਦਿੱਤੀਆਂ ਜਾਣ। ਇਹਨਾਂ ਚੀਜ਼ਾਂ ਨੂੰ ਸਮਾਜਿਕ ਭਾਈਚਾਰਾ ਖਰਾਬ ਕਰਨ ਦੇ ਲਈ, ਮਾਹੌਲ ਖਰਾਬ ਕਰਨ ਦੇ ਲਈ ਐਸੇ ਕੰਮ ਕਰ ਰਹੇ ਨੇ। ਸੋ ਇਸ ਦੇ ਲਈ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਬਾਰ-ਬਾਰ ਅਪੀਲ ਕਰ ਰਹੇ ਹਾਂ। ਛੋਟਾ ਜਿਹਾ ਕੋਈ ਇੰਸੀਡੈਂਟ ਹੁੰਦਾ ਤਾਂ ਪੂਰੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਸਵੇਰ ਤੋਂ ਲੈ ਕੇ ਸਾਰੇ ਨੈਸ਼ਨਲਿਸਟ ਜੋ ਚੈਨਲ ਹਨ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ਾਂ ਕਰਦੇ ਹਨ। ਸਵੇਰੇ ਹੀ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੂੰ ਬੇਰੋਜ਼ਗਾਰੀ ਨਹੀਂ ਲੱਭਦੀ। ਮੈਂ ਕੋਈ ਚਾਪਲੂਸੀ ਦੀ ਗੱਲ ਨਹੀਂ ਕਰਾਂਗਾ, ਲੇਕਿਨ ਮੌਜੂਦਾ ਜੋ ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਮੈਂ ਉਹਨਾਂ ਦੀ ਮੁਬਾਰਕਬਾਦ ਦਿਆਂਗਾ। ਸਾਡੇ SSP ਸਾਹਿਬ, ਸਾਡੇ SDPO ਸਾਹਿਬ, ਸਾਡੀ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਹੈ ਸਾਰੀ ਬੜੀ ਕੋਆਪਰੇਟਿਵ ਹੈ। ਉਹ ਇੱਕ ਲੇਡੀ ਆਈ ਜੋ ਆ ਕੇ ਉਹਨਾਂ ਨੇ ਐਂਟਰ ਕਰਕੇ ਤੇ ਆ ਕੇ ਰਮਾਲਾ ਸਾਹਿਬ ਚੱਕਿਆ ਔਰ ਰਮਾਲਾ ਸਾਹਿਬ ਚੱਕ ਕੇ ਉੱਥੇ ਸਾਈਡ 'ਤੇ ਰੱਖਤਾ ਔਰ ਉਹ ਵਾਪਸ ਚਲੇ ਗਈ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਪ੍ਰਸ਼ਾਸਨ ਸਾਹਿਬ SI ਸਾਹਿਬ ਸਾਡੇ ਬਲਵੀਰ ਸਿੰਘ ਸਾਹਿਬ ਸਾਡੇ ਕੋਲ ਇੱਥੇ ਬੈਠੇ ਨੇ। ਰਾਤ ਨੂੰ ਵੀ ਕਾਫੀ ਦੇਰ ਤੱਕ ਸਾਡੇ 12:30 ਵਜੇ ਤੱਕ 1 ਵਜੇ ਤੱਕ ਸਾਡੇ ਨਾਲ ਇੱਥੇ ਘੁੰਮਦੇ ਰਹੇ ਨੇ। ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿਲਾਇਆ ਕਿ ਅਸੀਂ ਪੂਰੀ ਆਪਣੀ ਕਾਰਵਾਈ ਕਰਾਂਗੇ। ਔਰ ਸਾਡੇ ਪ੍ਰਧਾਨ ਸਾਹਿਬ ਮੀਤ ਸਾਹਿਬ ਪ੍ਰਧਾਨ ਸਾਹਿਬ ਨੇ ਕਿਹਾ ਅਗਰ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਤਾਂ ਠੀਕ ਹੈ, ਅਗਰ ਕੱਲ੍ਹ ਤੱਕ ਨਹੀਂ ਕਰਦਾ ਤਾਂ ਅਸੀਂ ਫਿਰ ਰੋਡਾਂ 'ਤੇ ਉਤਰ ਕੇ ਆਪਣੀ ਕਾਰਵਾਈ ਕਰਾਂਗੇ।